ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਭਾਈ। ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ। ਬਿਨਸਾ ਨਾਮ ਵਿਸਾਰੀ। ਆਸਾ ਮਨਸਾ ਬੰਧਨੀ ਭਾਈ। ਕਰਮ ਧਰਮ ਬੰਧਕਾਰੀ। ਪਾਪ ਪੁੰਨ ਜਗ ਜਾਇਆ ਭਾਈ। ਬਿਨਸੈ ਨਾਮ ਵਿਸਾਰੀ। ਇਹ ਮਾਇਆ ਜਗ ਮੋਹਣੀ ਭਾਈ। ਕਰਮ ਸਭੇ ਵੇਕਾਰੀ। ਸੁਣ ਪੰਡਤ ਕਰਮਾਕਾਰੀ। ਜਿਤ ਕਰਮ ਸੁਖ ਊਪਜੈ ਭਾਈ। ਸੋ ਆਤਮ ਤਤ ਵਿਚਾਰੀ। ਸੁਣ ਪੰਡਤ ਕਰਮਾਕਾਰੀ। ਜਿਤ ਕਰਮ ਸੁਖ ਊਪਜੈ ਭਾਈ। ਸੋ ਆਤਮ ਤਤ ਵਿਚਾਰੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀਆਂ ਨੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਉਪਰੰਤ ਵਾਹਿਗੁਰੂ ਗੁਰਮੰਤਰ ਜੋ 40 ਮੁਕਤਿਆਂ ਦੀ ਯਾਦ ਵਿੱਚ ਅੰਮ੍ਰਿਤ ਵੇਲੇ ਦੇ ਸਮਾਗਮ ਚੱਲ ਰਹੇ ਹਨ। ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰਮੰਤਰ ਦੇ ਜਾਪ ਕੀਤੇ। ਉਪਰੰਤ ਆਸਾ ਦੀ ਵਾਰ ਦਾ ਕੀਰਤਨ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥਿਆਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਲਾਹੀ ਫਰਮਾਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਬਖਸ਼ਿਸ਼ ਕੀਤਾ। ਸਮੁੱਚੀ ਮਾਨਵਤਾ ਦੇ ਭਲੇ ਲਈ ਸਾਹਿਬ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਹਨ ਉਸ ਦੀ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਮਤ ਬੁੱਧ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ।
ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਪ੍ਰਾਪਤ ਹੋਵੇ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਰਾਗ ਸੋਰਠ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 635 ਅੰਗ ਤੋਂ ਸ਼ੁਰੂ ਹੋ ਕੇ 636 ਅੰਗ ਤੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਇੱਕ ਪੰਡਤ ਨਾਮ ਸੰਬੋਧਨ ਕਰਦੇ ਹਾਂ। ਪੰਡਤ ਤੋਂ ਭਾਵ ਵਿਦਵਾਨ, ਪੁਜਾਰੀ, ਜੋ ਧਰਮ ਦੀ ਸਿੱਖਿਆ ਦੇਣ ਵਾਲੇ ਲੋਕ ਨੇ, ਉਹਨਾਂ ਨੂੰ ਪੰਡਤ ਕਿਹਾ ਜਾਂਦਾ ਸੀ, ਪੁਜਾਰੀ ਕਿਹਾ ਜਾਂਦਾ ਸੀ, ਬ੍ਰਾਹਮਣ ਕਿਹਾ ਜਾਂਦਾ ਸੀ। ਅੱਜ ਦੇ ਸਮੇਂ ਵਿੱਚ ਅਸੀਂ ਪ੍ਰਚਾਰਕ ਕਹਿੰਦੇ ਹਾਂ, ਕਥਾਵਾਚਕ ਕਹਿੰਦੇ ਹਾਂ, ਰਾਗੀ ਕਹਿੰਦੇ ਹਾਂ, ਢਾਡੀ ਕਹਿੰਦੇ ਹਾਂ। ਇਹ ਸਾਰੇ ਦੇ ਸਾਰੇ ਉਹੀ ਲੋਕ ਨੇ ਜੋ ਧਰਮ ਦਾ ਪ੍ਰਚਾਰ ਕਰਨ ਵਾਲੇ ਹੈ। ਚਾਹੇ ਗ੍ਰੰਥੀ ਕਹਿ ਲਓ, ਪਾਠ ਕਰਨ ਵਾਲਾ, ਵਿਚਾਰ ਕਰਨ ਵਾਲੇ ਨੂੰ ਅਸੀਂ ਪ੍ਰਚਾਰਕ ਕਥਾਵਾਚਕ ਕਹਿੰਦੇ ਹਾਂ, ਕੀਰਤਨ ਕਰਨ ਵਾਲੇ ਨੂੰ ਰਾਗੀ ਕਹਿੰਦੇ ਹਾਂ, ਇਤਿਹਾਸ ਸੁਣਾਉਣ ਵਾਲੇ ਨੂੰ ਅਸੀਂ ਢਾਡੀ ਕਹਿੰਦੇ ਹਾਂ, ਚਾਹੇ ਕਵੀਸ਼ਰ। ਤੋ ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਨੇ। ਜਦੋਂ ਧਾਰਮਿਕ ਜਗਤ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਦੀ ਗੱਲ ਚੱਲੇ ਤਾਂ ਸਾਰਿਆਂ ਨੂੰ ਵਿੱਚ ਹੀ ਲੈਣਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਤ ਨੂੰ ਸੰਬੋਧਨ ਕਰਕੇ, ਵਿਦਵਾਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਪੰਡਤ ਜੀ, ਜੋ ਸ਼ਬਦ ਦਾ ਮੁੱਖ ਭਾਵ ਹੈ, ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਇਹ ਪੰਡਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸੁਣੋ, ਤੁਸੀਂ ਉਹ ਕਰਮ ਕਰੋ ਜਿਸ ਕਰਮ ਦੇ ਨਾਲ ਆਤਮਿਕ ਆਨੰਦ ਤੇ ਆਤਮਿਕ ਸੁਖ ਪੈਦਾ ਹੋਵੇ। ਆਪ ਵੀ ਕਰੋ ਤੇ ਦੂਜਿਆਂ ਨੂੰ ਵੀ ਕਰਨ ਦੀ ਪ੍ਰੇਰਨਾ ਦਿਓ। ਐਸਾ ਸ਼ਬਦ ਕਿਉਂ ਕਹਿ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਤ ਨੂੰ ਸੰਬੋਧਨ ਕਰਕੇ? ਇਸ ਕਰਕੇ ਕਿਉਂਕਿ ਧਾਰਮਿਕ ਜਗਤ ਵਿੱਚ ਜਿਤਨਾ ਵਹਿਮ, ਭਰਮ, ਪਖੰਡ, ਕਰਮਕਾਂਡ ਜਿਤਨੇ ਫੈਲਾਏ, ਇਹ ਧਾਰਮਿਕ ਲੋਕਾਂ ਨੇ ਫੈਲਾਏ ਸੀ। ਆਮ ਬੰਦੇ ਨੂੰ ਤੇ ਵਿਚਾਰੇ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਕੋਈ ਨਹੀਂ। ਜਿੰਨੀ ਲੁੱਟ ਧਰਮ ਦੇ ਨਾਂ ਦੇ ਉੱਤੇ ਧਾਰਮਿਕ ਲੋਕਾਂ ਨੇ ਕੀਤੀ ਤੇ ਕਰ ਰਹੇ ਨੇ, ਇੰਨੀ ਲੁੱਟ ਤਾਂ ਮੇਰਾ ਖਿਆਲ ਹੋਰ ਕਿਸੇ ਕੰਮ 'ਚ ਵੀ ਨਹੀਂ ਹੈਗੀ ਜਿੰਨੀ ਇਸ ਕੰਮ 'ਚ। ਬੜਾ ਸੌਖਾ ਜਿਹਾ ਤਰੀਕਾ ਹੈ ਧਰਮ ਦੇ ਨਾਂ ਦੇ ਉੱਤੇ ਜਿੰਨਾ ਮਰਜ਼ੀ ਤੁਸੀਂ ਦੁਨੀਆ ਨੂੰ ਲੁੱਟ ਸਕਦੇ ਹੋ, ਠੱਗ ਸਕਦੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਆਪ ਵੀ ਵੱਜ ਜਾਏਗਾ ਬੰਧਨਾਂ ਵਿੱਚ, ਦੁਨੀਆ ਨੂੰ ਵੀ ਸੰਗਲਾਂ ਵਿੱਚ ਬੰਨ੍ਹ ਦੇਗਾ, ਵਿਕਾਰਾਂ ਦੇ ਵਿੱਚ। ਨਾ ਤੇਰਾ ਭਲਾ ਹੋਣਾ ਤੇ ਨਾ ਉਹਨਾਂ ਦਾ ਭਲਾ ਹੋਣਾ। ਇਸ ਕਰਕੇ ਪੰਡਤ ਜੀ, ਜੇ ਤੁਸੀਂ ਪੰਡਤ ਹੋ, ਪੰਡਤ ਦਾ ਮਤਲਬ ਵਿਦਵਾਨ, ਜੇ ਤੁਸੀਂ ਵਿਦਵਾਨ ਹੋ ਤੇ ਵਿਦਵਾਨ ਦਾ ਫਰਜ਼ ਇਹ ਬਣਦਾ ਹੈ ਉਹ ਆਪ ਉਹ ਕਰਮ ਨਾ ਕਰੇ ਜਿਹੜਾ ਕਰਮ ਉਹਨੂੰ ਉਹਦਾ ਮਾਲਕ, ਉਹਦਾ ਗੁਰੂ, ਉਹਦਾ ਪਰਮੇਸ਼ਰ ਕਰਨ ਵਾਸਤੇ ਕਹਿੰਦਾ ਵੀ ਨਹੀਂ ਕਰਨੇ। ਆਪ ਉਹਨਾਂ ਤੋਂ ਮੁਕਤ ਹੋਵੇ ਤੇ ਦੂਜਿਆਂ ਨੂੰ ਉਹਨਾਂ ਤੋਂ ਮੁਕਤ ਕਰਨ ਦੀ ਪ੍ਰੇਰਨਾ ਦੇਵੇ, ਭਾਈ ਤੁਸੀਂ ਵੀ ਇਹ ਨਾ ਕਰਿਓ ਜੀ। ਪਰ ਹੁੰਦਾ ਕੀ ਹੈ, ਇਹ ਪਖੰਡ ਇੰਨਾ ਕੁ ਵੱਧ ਗਿਆ। ਤੁਸੀਂ ਦੇਖੋ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਡੇਰਾ, ਕੋਈ ਗੁਰਦੁਆਰਾ, ਬਹੁਤ ਘੱਟ ਹੀ ਬਚੇ ਹੋਣਗੇ ਜਿੱਥੇ ਕੋਈ ਤਤ ਗੁਰਮਤਿ ਦੀ ਗੱਲ ਹੁੰਦੀ ਹੋਵੇਗੀ, ਨਹੀਂ ਤੇ ਪਖੰਡ ਸਾਰੇ ਬੰਨੇ ਫੈਲਿਆ ਪਿਆ। ਗੁਰਦੁਆਰਿਆਂ 'ਚ ਵੀ ਪਖੰਡ ਹੋ ਰਹੇ ਨੇ, ਗੁਰਦੁਆਰਿਆਂ ਤੋਂ ਬਾਹਰ ਵੀ ਪਖੰਡ ਹੁੰਦੇ ਪਏ ਨੇ। ਉਹਨਾਂ ਗੁਰਦੁਆਰਿਆਂ ਦੀ ਮੈਂ ਜ਼ਿਕਰ ਕਰਦਾ ਜਿਨ੍ਹਾਂ ਗੁਰਦੁਆਰਿਆਂ 'ਚ ਕੇਵਲ ਇੱਕ ਵਿਅਕਤੀ ਬੈਠਾ ਆਪਣੀ ਮਰਜ਼ਾਦਾ ਚਲਾ ਰਿਹਾ, ਉਹਨਾਂ ਦੀ। ਜਿਹੜੇ ਧਾਰਮਿਕ ਸਥਾਨ, ਜਿਹੜੇ ਇਤਿਹਾਸਕ ਸਥਾਨ ਨੇ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ। ਉੱਥੇ ਤਾਂ ਪ੍ਰਬੰਧ ਚੰਗੇ ਚੱਲਦੇ ਨੇ, ਸੋਹਣੇ ਚੱਲਦੇ ਨੇ, ਪਰ ਜਿੱਥੇ ਇੱਕ ਵਿਅਕਤੀ ਬੈਠਾ ਕੇਵਲ ਆਪਣਾ ਡੇਰਾ ਚਲਾ ਰਿਹਾ ਹੈ, ਉਹ ਆਪਣੇ ਡੇਰੇ ਵਾਸਤੇ ਹੀ ਕਈ ਤਰ੍ਹਾਂ ਦੇ ਪਖੰਡ, ਜਿਵੇਂ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਇੱਕ ਬੰਦਾ ਡੇਰੇ 'ਚ ਬੈਠਾ ਆਪਣੇ ਬਾਬੇ ਦੀਆਂ
ਕਾਰਾਂ ਨੂੰ ਮੱਥੇ ਟਿਕਾਉਣ ਡਿਆ ਹੈ, ਆਪਣੇ ਬਾਬੇ ਦੀਆਂ ਲੈਟਰਿੰਗਾਂ ਨੂੰ ਮੱਥੇ ਟਿਕਾਉਣ ਡਿਆ ਹੈ, ਆਪਣੇ ਬਾਬੇ ਦੀਆਂ ਜੁੱਤੀਆਂ ਨੂੰ ਮੱਥੇ ਟਿਕਾਉਣ ਡਿਆ। ਦੱਸੋ ਇਹਦੇ ਨਾਲ ਸਮਾਜ ਨੂੰ ਕੀ ਮਿਲਦਾ ਕੁਝ? ਵੀ ਗੱਡੀ ਬਾਬੇ ਦੀ ਖਲੋਤੀ ਹੈ ਜਿਹਨੂੰ ਮੱਥੇ ਟੇਕੋ, ਤੇ ਕੀ ਗੱਡੀ ਨੇ ਕੀ ਸਿੱਖਿਆ ਦੇਣੀ ਹੈ? ਕੀ ਉਹ ਗੱਡੀ ਕਿਸੇ ਦਾ ਭਲਾ ਕਰੇਗੀ? ਬਾਬਾ ਚੜ੍ਹਦਾ ਰਿਹਾ ਵੱਖਰੀ ਗੱਲ ਹੈ, ਗੱਡੀ ਵਿੱਚ ਜਿਹੜੀ ਲੈਟਰਿੰਗ ਦੇ ਵਿੱਚ ਬਾਬਾ ਬੈਠਾ ਵੀ ਨਹੀਂ, ਤੁਸੀਂ ਉਹਦੀਆਂ ਲੈਟਰਾਂ ਦੇ ਲੋਕਾਂ ਨੂੰ ਮੱਥੇ ਟਿਕਾਉਣ ਡੇ ਜੇ। ਉਹੋ ਜਿਹੇ ਲੋਕ ਜਿਹੜੇ ਮੱਥੇ ਟੇਕਣ ਵਾਲੇ, ਉਹੋ ਜਿਹੇ ਟਿਕਾਉਣ ਵਾਲੇ, ਜੁੱਤੀਆਂ ਰੱਖ ਕੇ ਤੁਸੀਂ ਮੱਥੇ ਟਿਕਾਓ ਵੀ ਸਾਡੇ ਬਾਬੇ ਦੀ ਜੁੱਤੀ ਹੈ। ਮੇਰਾ ਖਿਆਲ ਉਹ ਬਾਬਾ ਜੁੱਤੀ ਕਦੀ ਪਾਈ ਵੀ ਨਹੀਂ ਹੋਣੀ ਉਹਨੇ, ਨਵੀਆਂ ਉੱਥੇ ਜੁੱਤੀਆਂ ਬਣਾ ਕੇ ਰੱਖੀਆਂ ਨੇ। ਕਹਿਣ ਤੋਂ ਭਾਵ ਹੈ ਕਿ ਧਰਮ ਦੇ ਨਾਂ ਦੇ ਉੱਤੇ ਹੋ ਕੀ ਰਿਹਾ ਹੈ। ਅੱਜ ਦਾ ਸ਼ਬਦ ਹੀ ਇਹ ਹੈ, ਜਦੋਂ ਸ਼ਬਦ ਦਾ ਜਿਹੜਾ ਪ੍ਰਕਰਨ ਚੱਲਦਾ ਹੋਵੇ ਫਿਰ ਗੱਲ ਵੀ ਉਸ ਤਰ੍ਹਾਂ ਦੀ ਚੱਲਣੀ ਹੁੰਦੀ ਹੈ, ਭਾਵੇਂ ਉਹਦੇ ਵਿੱਚ ਖੁਦ ਅਸੀਂ ਆਪ ਆ ਜਾਈਏ। ਗੁਰਬਾਣੀ ਨੇ ਲਿਹਾਜ਼ ਨਹੀਂ ਕਿਸੇ ਦਾ ਕਰਨਾ ਹੁੰਦਾ। ਗੁਰਬਾਣੀ ਵਿੱਚ ਤਾਂ ਸਾਹਿਬ ਜੀ ਕਹਿੰਦੇ ਨੇ ਕਿ ਸੱਚ ਸਮਝਣਾ ਕਾ ਖਸਮ ਹੈ, ਸੱਚ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਹੁੰਦਾ, ਚਾਹੇ ਉਹ ਖੁਦ ਬੰਦੇ ਉੱਤੇ ਆਪਣੇ ਤੇ ਵਾਪਰ ਜੇ, ਚਾਹੇ ਦੂਜੇ ਨੂੰ ਲੱਗੇ। ਸੱਚ ਨੇ ਤਾਂ ਮੈਲ ਧੋ ਕੇ ਰੱਖ ਦੇਣੀ ਹੁੰਦੀ ਹੈ ਜੇ ਕੋਈ ਉਸ ਨੂੰ ਸਮਝ ਲਵੇ। ਤਾਂ ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਇਹ ਜੇ ਹੁਣ ਗੁਰਦੁਆਰਿਆਂ ਵਿੱਚੋਂ ਹੀ ਜਲ ਦੇ ਕੇ ਫੂਕਾਂ ਮਾਰ ਕੇ ਜਲ ਦੇਣੇ ਸ਼ੁਰੂ ਕਰ ਦਿੱਤੇ ਜਾਣ। ਮੈਨੂੰ ਵੀ ਇੱਥੇ ਇਹ ਕਿਸੇ ਨੇ ਕਿਹਾ ਸੀ ਵੀ ਸਾਨੂੰ ਜੀ ਜਲ ਕਰਕੇ ਦਿਓ ਜੇ। ਮੈਂ ਕਿਹਾ ਇਸ ਗੁਰਦੁਆਰੇ ਵਿੱਚ ਤਾਂ ਜਲ ਕਰਕੇ ਦੇਣ ਵਾਲਾ ਕੋਈ ਨਹੀਂ ਹੈਗਾ, ਨਾ ਇੱਥੇ ਕੋਈ ਇਹੋ ਜਿਹਾ ਜਲ ਦਾ ਸਿਸਟਮ ਹੀ ਹੈ। ਸੋ ਇੱਥੇ ਤਾਂ ਨਾਮ ਦਾ ਜਲ ਜਿਹੜਾ ਹੈ ਉਹ ਸਵੇਰੇ ਸ਼ਾਮੀ ਚੱਲਦਾ ਹੈ, ਉਹ ਤੁਸੀਂ ਛਕ ਸਕਦੇ ਹੋ। ਸਵੇਰੇ ਵੀ ਸ਼ਾਮੀ ਵੀ, ਭਾਵ ਬਾਣੀ ਦਾ ਪ੍ਰਵਾਹ, ਉਹ ਜਲ ਇੱਥੇ ਜ਼ਰੂਰ ਚੱਲਦਾ ਹੈ। ਪਰ ਦੂਜੇ ਜਲ ਇੱਥੇ ਵੱਖਰੇ ਪਾ ਕੇ ਘੜਿਆਂ 'ਚ, ਤੇ ਇੱਥੇ ਫੂਕਾਂ ਮਾਰ ਕੇ ਦੇਣ ਵਾਲਾ ਕੋਈ ਜਲ ਨਹੀਂ ਇੱਥੇ ਹੈਗਾ। ਪਹਿਲਾਂ ਚੱਲਦਾ ਹੋਵੇ ਮੈਂ ਕਹਿ ਨਹੀਂ ਸਕਦਾ। ਖੈਰ, ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਕਰਕੇ ਇਹ ਗੱਲ ਕਿੱਥੋਂ ਸ਼ੁਰੂ ਹੋਈ? ਹੁਣ ਅਸੀਂ ਗੁਰਦੁਆਰਿਆਂ 'ਚ ਕੁਝ ਕੀਤਾ ਤਾਂ ਲੋਕੀ ਲੈਣ ਵਾਸਤੇ ਆਏ ਨਾ ਚੀਜ਼ਾਂ। ਹੁਣ ਗੁਰਦੁਆਰੇ ਦਾ ਭਾਈ ਹੀ ਜੇ ਮੌਲੀਆਂ ਬੰਨੇ ਲੋਕਾਂ ਦੇ ਗੁੱਟਾਂ ਦੇ ਉੱਤੇ, ਉਹ 4 ਦਿਨ ਗੁਰੂ ਸਾਹਿਬ ਦੇ ਪੀੜ੍ਹੇ ਦੇ ਨਾਲ ਬੰਨ੍ਹ ਕੇ ਧਾਗਾ ਤੇ ਮੁੜ ਕੇ ਉਸੇ ਨੂੰ ਤੋੜ ਕੇ ਲੋਕਾਂ ਦੇ ਗੁੱਟਾਂ ਨਾਲ ਬੰਨ੍ਹਣੇ ਸ਼ੁਰੂ ਕਰ ਦੇਵੇ, ਤੇ ਦੱਸੋ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਸੇ ਬ੍ਰਾਹਮਣ ਪੰਡਤ ਨੂੰ ਥੋੜ੍ਹਾ ਫਿਰ ਕਹਿਣ ਦੇ, ਸਾਨੂੰ ਕਹਿ ਰਹੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਅਸੀਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਕਰਦੇ ਹਾਂ, ਪਾਠ ਅਸੀਂ ਕਰਦੇ ਹਾਂ, ਬਾਣੀ ਅਸੀਂ ਪੜ੍ਹਦੇ ਹਾਂ। ਤੇ ਸ਼ਬਦ ਦੀ ਵਿਆਖਿਆ ਕਰਨ ਲੱਗਿਆ ਅਸੀਂ ਇਹ ਵਿਆਖਿਆ ਕਰੀਏ ਵੀ ਕਿਸੇ ਪੰਡਤ ਨੂੰ ਗੁਰੂ ਸਾਹਿਬ ਕਹਿੰਦੇ, ਸਾਨੂੰ ਕਹਿ ਰਹੇ ਨੇ ਗੁਰੂ ਸਾਹਿਬ ਵੀ ਭਾਈ ਮੈਂ ਉਸ ਪੰਡਤ ਨੂੰ ਕਹਿ ਰਿਹਾ ਜਿਹੜਾ ਵਿਦਵਾਨ ਹੈ, ਤੇ ਉਹਦੇ ਵਿੱਚ ਧਰਮ ਦਾ ਕੋਈ ਵੀ ਵਿਅਕਤੀ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਭਾਵੇਂ ਉਹਦੇ 'ਚ ਸਿੱਖ ਹੈ ਤੇ ਭਾਵੇਂ ਕੋਈ ਹੋਰ ਹੈ, ਸਾਹਿਬ ਕਹਿੰਦੇ ਨੇ ਭਾਈ ਉਹ ਕਰਮ ਨਾ ਕਰੋ ਜਿਨ੍ਹਾਂ ਕਰਮਾਂ ਦੇ ਵਿੱਚੋਂ ਤੁਹਾਨੂੰ ਵੀ ਲਾਭ ਕੋਈ ਨਹੀਂ, ਜਿਨ੍ਹਾਂ ਕਰਮਾਂ ਦੇ ਵਿੱਚੋਂ ਦੂਜੇ ਨੂੰ ਵੀ ਕੋਈ ਲਾਭ ਨਹੀਂ ਹੋਣਾ। ਸਾਹਿਬ ਜੀ ਕਹਿੰਦੇ ਕਿਉਂ ਕਰਦਾ ਇਹੋ ਜਿਹੇ ਕਰਮ? ਤੇ ਬੇਨਤੀ ਕਰਨ ਲੱਗਿਆ ਸੀ ਕਿ ਧਰਮ ਦੇ ਨਾਂ ਦੇ ਉੱਤੇ ਬ੍ਰਾਹਮਣ ਨੇ ਕਿੰਨੀ ਲੁੱਟ ਘਸੁੱਟ ਮਚਾਈ। ਜਦੋਂ ਅਜੇ ਬੱਚੇ ਦਾ ਜਨਮ ਨਹੀਂ ਹੋਇਆ, ਉਦੋਂ ਤੋਂ ਲੈ ਕੇ ਬ੍ਰਾਹਮਣ ਨੇ ਸ਼ੁਰੂਆਤ ਸੋਚਣਾ ਸ਼ੁਰੂ ਕਰ ਦਿੱਤਾ ਕਿ ਬੱਚਾ ਦਾ ਜਨਮ ਹੁੰਦਿਆਂ ਸਾਰੀ ਮੈਂ ਇਹਨੂੰ ਇਹੋ ਜਿਹੇ ਚੱਕਰਾਂ 'ਚ ਪਾ ਦੇਣਾ, ਸੂਤਕ ਪਾਤਕ ਦੇ ਚੱਕਰ ਪਾ ਦਿੱਤੇ। ਅਜੇ ਬੱਚੇ ਦਾ ਜਨਮ ਹੀ ਹੋਇਆ ਤੇ ਉਹਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਪਹਿਲਾਂ ਹੀ ਬ੍ਰਾਹਮਣ ਨੇ ਉਹਦੇ ਅੱਗੇ ਚੀਜ਼ਾਂ ਮੜ ਕੇ ਰੱਖ ਦਿੱਤੀਆਂ ਵੀ ਇਹ ਜੀ ਮੰਗਲੀਕ ਹੋ ਗਿਆ ਜੀ, ਇਹਨੂੰ ਸੂਤਕ ਪੈ ਗਿਆ, ਜਿਹਨੂੰ ਪਾਤਕ ਪੈ ਗਿਆ ਜੀ। ਹੁਣ ਉਹਨੂੰ ਹੀ ਵਿਚਾਰੇ ਜੰਮਦੇ ਨੂੰ ਹੀ ਕੀ ਕੁਝ ਬਣਾ ਕੇ ਰੱਖ ਦਿੱਤਾ। ਜਿਵੇਂ ਮਨੁੱਖ ਜਵਾਨ ਹੁੰਦਾ ਹੈ ਤਿਵੇਂ ਉਸ ਨੂੰ ਫਿਰ ਇਹਨਾਂ ਕਰਮ ਕਾਂਡਾਂ 'ਚ ਫਸਾਉਣਾ ਸ਼ੁਰੂ ਕਰ ਦਿੱਤਾ ਬ੍ਰਾਹਮਣ ਨੇ। ਫਿਰ ਮਨੁੱਖ ਦੇ ਵਿਆਹ ਵੇਲੇ ਤਾਂ ਵੀ ਬ੍ਰਾਹਮਣ ਨੇ ਫਸਾ ਦਿੱਤਾ ਕਿ ਦੇਖੋ ਜੀ ਪਹਿਲਾਂ ਪੁੱਛ ਲਿਓ ਜੇ ਸਾਇਆ ਚੰਗਾ, ਦਿਨ ਚੰਗਾ ਮਾੜਾ, ਇਹ ਸਾਰਾ ਕੁਝ ਕੀ ਸੀ? ਧਰਮ ਦੇ ਨਾਂ 'ਤੇ ਲੁੱਟ ਸੀ, ਹੋਰ ਕੋਈ ਨਹੀਂ। ਤੇ ਪੁੱਛ ਲਿਓ ਜੇ ਦਿਨ ਕਿਹੜਾ ਚੰਗਾ ਕਿਹੜਾ ਮਾੜਾ ਹੈ, ਇਸ ਨਾਂ ਉੱਤੇ ਲੁੱਟ ਹੋਈ। ਇਸ ਤੋਂ ਬਾਅਦ ਆ ਜਾਂਦਾ ਬੰਦੇ ਦਾ ਮਰਨ। ਜਨਮ ਬੰਦਾ ਜੰਮਦਾ ਹੈ, ਵਿਆਹ ਹੁੰਦਾ ਹੈ ਤੇ ਮਰ ਜਾਂਦਾ। ਤਿੰਨ ਹੀ ਤੇ ਜ਼ਿੰਦਗੀ ਹੈ ਮਨੁੱਖ ਦੀਆਂ, ਕਹਿ ਲਓ ਕਿ ਤਿੰਨ ਹੀ ਸਮੇਂ ਨੇ ਇਹਦੇ ਕੋਲੇ। ਜੰਮਦਾ ਹੈ, ਫਿਰ ਸ਼ਾਦੀ ਹੁੰਦੀ, ਫਿਰ ਮਰ ਜਾਂਦਾ। ਜਨਮ ਵੇਲੇ ਵੀ ਬ੍ਰਾਹਮਣ ਨੇ ਲੁੱਟਿਆ, ਵਿਆਹ ਵੇਲੇ ਵੀ ਬ੍ਰਾਹਮਣ ਨੇ ਲੁੱਟਿਆ, ਮੌਤ ਵੇਲੇ ਵੀ ਬ੍ਰਾਹਮਣ ਨੇ ਲੁੱਟਿਆ। ਵੇਖੋ ਬੰਦੇ ਦੇ ਮਰਨ ਤੋਂ ਬਾਅਦ ਵੀ ਸਬਰ ਨਹੀਂ ਆਇਆ ਇਸ ਬ੍ਰਾਹਮਣ ਨੂੰ, ਪੁਜਾਰੀ ਸ਼੍ਰੇਣੀ ਨੂੰ। ਇਹਨੂੰ ਮਰਨ ਤੋਂ ਬਾਅਦ ਵੀ ਸਬਰ ਨਹੀਂ ਆਇਆ ਵੀ ਬੰਦਾ ਮਰ ਗਿਆ, ਹੁਣੀ ਖਹਿੜਾ ਛੱਡਦੇ ਆ। ਮਰਨ ਤੋਂ ਬਾਅਦ ਵੀ ਇਹਨੇ ਉਹਨੂੰ ਚੱਕਰਾਂ 'ਚ ਪਾਤਾ ਕਿ ਜੇ ਤੁਸੀਂ ਆਹ ਚੀਜ਼ਾਂ ਦਾਨ ਪੁੰਨ ਨਹੀਂ ਕਰੋਗੇ ਤੇ ਉਹ ਬੰਦੇ ਨੂੰ ਅਗਲੇ ਬੰਨੇ ਜਿਹੜਾ ਹੈ ਉਹ ਸਜ਼ਾਵਾਂ ਮਿਲਣਗੀਆਂ, ਜਮ ਉਹਨੂੰ ਮਾਰਨਗੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਉਸ ਬੰਦੇ ਨੂੰ ਭੋਜਨ ਨਹੀਂ ਛਕਾਓਗੇ ਤੇ ਵਿਚਾਰਾ ਭੁੱਖਾ ਮਰ ਜਾਏਗਾ। ਬ੍ਰਾਹਮਣ ਨੇ ਮਰਨ ਤੋਂ ਬਾਅਦ ਵੀ ਬੰਦੇ ਦਾ ਖਹਿੜਾ ਨਹੀਂ ਛੱਡਿਆ, ਲੋਕਾਂ ਦੇ ਘਰਾਂ ਵਿੱਚ ਸ਼ਰਾਧਾਂ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਵੀ ਇੱਕ ਕਰਮ ਕਾਂਡ ਬ੍ਰਾਹਮਣ ਤੋਂ ਸ਼ੁਰੂ ਹੋਇਆ ਹੈ, ਇੱਕ ਪੁਜਾਰੀ ਸ਼੍ਰੇਣੀ ਤੋਂ ਸ਼ੁਰੂ ਹੋਇਆ ਹੈ। ਬੰਦਾ ਮਰਦਾ ਹੈ
ਤੇ ਅਸੀਂ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਲਿਆ ਕੇ ਚੀਜ਼ਾਂ, ਇਹ ਭਾਂਡੇ ਹੈ ਜੀ, ਇਹ ਜੋੜਾ ਹੈ ਜੀ, ਇਹ ਬਸਤਰ ਹੈ ਜੀ, ਇਹ ਮੰਜਾ ਹੈ ਜੀ, ਇਹ ਕਿੱਥੋਂ ਚੀਜ਼ਾਂ ਆਈਆਂ? ਹੁਣ ਬੰਦਾ ਤੇ ਮਰ ਗਿਆ, ਸਰੀਰ ਨਾਲ ਚੀਜ਼ਾਂ ਸੰਬੰਧਿਤ ਸੀ, ਉਹ ਸਰੀਰ ਚਲਿਆ ਗਿਆ, ਸਰੀਰ ਦੇ ਨਾਲ ਥਾਲੀ ਦੀ ਲੋੜ ਸੀ, ਸਰੀਰ ਨੂੰ ਗਲਾਸ ਦੀ ਲੋੜ ਸੀ, ਸਰੀਰ ਨੂੰ ਬਸਤਰ ਦੀ ਲੋੜ ਸੀ, ਸਰੀਰ ਨੂੰ ਜੋੜੇ ਦੀ ਲੋੜ ਸੀ। ਸਰੀਰ ਤਾਂ ਅਸੀਂ ਸਾੜ ਕੇ ਸਵਾਹ ਕਰ ਆਏ ਹਾਂ, ਤੇ ਫਿਰ ਇਹ ਚੀਜ਼ਾਂ ਕਾਹਦੇ ਵਾਸਤੇ ਨੇ? ਫਿਰ ਅਸੀਂ ਅਰਦਾਸ ਕਰਾਉਂਦੇ ਹਾਂ ਜੀ, ਇਹਦੀ ਅਰਦਾਸ ਕਰੋ ਵੀ ਇਹ ਮਹਾਰਾਜ ਉੱਤੇ ਪਹੁੰਚਾ ਦੇਵੇ। ਉੱਤੇ ਕਿਹਨੂੰ ਪਹੁੰਚਾਉਣਾ ਹੈ? ਕੀ ਕਰਨਾ ਉਹਨੇ? ਇਹਨੂੰ ਆਤਮਾ ਵਿੱਚੋਂ ਉਡਾਰੀ ਮਾਰ ਗਈ ਹੈ। ਆਤਮਾ ਦੀ ਖੁਰਾਕ ਨਾਮ ਸੀ, ਜਿਹੜਾ ਜੀਵ ਨੇ ਇਕੱਤਰ ਨਹੀਂ ਕੀਤਾ। ਇਹ ਚੀਜ਼ਾਂ ਜੀਵ ਦੇ ਵਾਸਤੇ ਸਰੀਰਕ ਲੋੜਾਂ ਸਨ। ਜਦੋਂ ਸਰੀਰ ਸੀ ਉਦੋਂ ਇਹਨਾਂ ਚੀਜ਼ਾਂ ਦੀ ਭੋਜਨ ਛਕਣਾ ਪੈਂਦਾ ਸੀ, ਤੁਰਨਾ ਪੈਂਦਾ ਸੀ, ਜੋੜਾ ਪਾਉਣਾ ਪੈਂਦਾ ਸੀ, ਸੌਣ ਵਾਸਤੇ ਰਜਾਈ ਤਲਾਈ ਲੈਣੀ ਪੈਂਦੀ ਸੀ। ਜਦੋਂ ਸਰੀਰ ਸੀ ਉਦੋਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ। ਸਰੀਰ ਨਹੀਂ ਰਿਹਾ ਤੇ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ, ਅੱਗੇ ਦੇਹੀ ਜਾਤ ਨਾ ਜਾਏ। ਹੁਣ ਅੱਗੇ ਦੇਹੀ ਜਦੋਂ ਜਾਂਦੀ ਨਹੀਂ, ਫਿਰ ਉਹ ਚੀਜ਼ਾਂ ਜਿਹੜੀਆਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਸੀਂ ਰੱਖ ਦਿੰਦੇ ਹਾਂ, ਉਹਨਾਂ ਦਾ ਸੰਬੰਧ ਸਿਰਫ ਦੇਹ ਨਾਲ ਹੈ। ਤੋ ਕਹਿਣ ਤੋਂ ਭਾਵ ਹੈ ਇੱਥੇ ਪੰਡਤ ਨੇ ਹੀ ਬਸ ਨਹੀਂ ਕੀਤਾ, ਉਹਨੇ ਇਸ ਤੋਂ ਵੀ ਅੱਗੇ ਚੱਲ ਕੇ ਮਨੁੱਖ ਨੂੰ ਜਿਹੜਾ ਸੀ ਉਹ ਸਾਲ ਬਾਅਦ ਸ਼ਰਾਧਾਂ ਦੇ ਚੱਕਰਾਂ 'ਚ ਪਾ ਦਿੱਤਾ। ਹਰ ਸਾਲ ਆਪਣੇ ਵਡੇਰਿਆਂ ਦੇ ਸ਼ਰਾਧ ਕਰਾਓ, ਜੇ ਕਰਾਈ ਚੱਲੋਗੇ ਤੇ ਉਹਨੂੰ ਭੋਜਨ ਪਾਣੀ ਮਿਲਦਾ ਰਹੇਗਾ। ਇਸ ਤਰ੍ਹਾਂ ਕਰਕੇ ਕਰਮਕਾਂਡ ਦਿਨੋਂ ਦਿਨ ਵਧੇ, ਘਟੇ ਨਹੀਂ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪੰਡਤ ਜੀ ਲੋਕ ਤੇ ਵਿਚਾਰੇ ਭੋਲੇ ਸਨ, ਨਹੀਂ ਸੀ ਪਤਾ ਇਹਨਾਂ ਨੂੰ, ਕਿਉਂਕਿ ਨਾ ਤੁਸੀਂ ਇਹਨਾਂ ਨੂੰ ਵਿਦਿਆ ਪੜ੍ਹਨ ਦਿੱਤੀ, ਨਾ ਵਿਦਿਆ ਸੁਣਨ ਦਿੱਤੀ। ਇਹ ਵਿਚਾਰੇ ਭੋਲੀ ਭਾਲੀ ਜਿਹੜੀ ਲੁਕਾਈ ਸੀ, ਤੁਸੀਂ ਇਹਨਾਂ ਨੂੰ ਆਪ ਵਿਦਵਾਨ ਸੀ, ਤੁਸੀਂ ਪੰਡਤ ਪੜ੍ਹੇ ਲਿਖੇ, ਤੁਹਾਡੇ ਕੋਲੇ ਧਾਰਮਿਕ ਗ੍ਰੰਥ ਸ਼ਾਸਤਰ ਵੇਦ ਇਹ ਤੁਹਾਡੇ ਕੋਲ ਸੀ, ਤੇ ਇਹਨਾਂ ਵੇਦਾਂ ਸ਼ਾਸਤਰਾਂ ਵਿੱਚ ਜੋ ਫਿਰ ਲਿਖਿਆ ਤੱਤ ਸੀ ਉਹ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਦੱਸਿਆ? ਤੁਸੀਂ ਆਪਣੇ ਮਨ ਦੀਆਂ ਕੱਢ ਕੱਢ ਕੇ ਇਹਦੇ ਵਿੱਚੋਂ ਕਰਮ ਕਾਂਡ ਦੀਆਂ ਲੋਕਾਂ ਨੂੰ ਚੱਕਰਾਂ 'ਚ ਪਾ ਦਿੱਤਾ। ਤੁਸੀਂ ਆਪ ਵੀ ਬਚੇ ਨਹੀਂ, ਭਾਵ ਕਿ ਆਪ ਵੀ ਫਸੋਗੇ, ਆਪ ਵੀ ਮਰੋਗੇ, ਤੇ ਦੁਨੀਆ ਨੂੰ ਵੀ ਗੁੰਮਰਾਹ ਕਰਕੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕਰਮ ਕਾਂਡਾਂ 'ਚ ਫਸਾ ਕੇ ਉਹਨਾਂ ਦਾ ਵੀ ਆਤਮਿਕ ਮੌਤ ਕਰਵਾਵੋਗੇ। ਇਹਦੇ ਵਿੱਚ ਸਭ ਤੋਂ ਵੱਡੇ ਪੰਡਤ ਜੀ ਦੋਸ਼ੀ ਤੁਸੀਂ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਸੁਣ ਪੰਡਤ ਕਰਮਾਕਾਰੀ। ਕਰਮਕਾਂਡੀ, ਇੱਥੇ ਕਰਮਾਕਾਰੀ ਦਾ ਮਤਲਬ ਕਰਮਕਾਂਡੀ। ਇਹ ਕਰਮਕਾਂਡੀ ਪੰਡਤ ਸੁਣ ਸਾਡੀ ਗੱਲ ਨੂੰ। ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਉਹ ਤਤ ਦੀ ਵਿਚਾਰ ਲੋਕਾਂ ਨੂੰ ਸਮਝਾ, ਦੱਸ ਤਤ ਦੀ ਗੱਲ ਜਿਹੜੀ ਆਤਮਾ ਨੂੰ ਸੁੱਖ ਦੇਵੇ। ਹੁਣ ਤੁਸੀਂ ਖਿਮਾ ਕਰਿਓ, ਤਤ ਦੀ ਗੱਲ ਜੇ ਕਰਾਂਗੇ ਤੇ ਬਹੁਤ ਘੱਟ ਹੈ ਜਿਨ੍ਹਾਂ ਨੂੰ ਪ੍ਰਵਾਨ ਹੁੰਦੀ ਹੈ ਅਸਲੀਅਤ। ਨਹੀਂ ਤੇ ਲੋਕੀ ਕਹਿਣ ਲੱਗ ਪੈਣਗੇ ਵੀ ਇਹ ਪ੍ਰਚਾਰ ਨਹੀਂ ਚਾਹੀਦਾ ਜੀ, ਸਾਨੂੰ ਤਾਂ ਪ੍ਰਚਾਰ ਉਹ ਚਾਹੀਦਾ ਵਾ ਜਿਹੜਾ ਗੋਲ ਮੋਲ ਜਿਹਾ ਹੋਵੇ। ਤਤ ਦੀ ਗੱਲ ਤਾਂ ਸੁਣਨ ਨੂੰ ਕੋਈ ਤਿਆਰ ਹੀ ਨਹੀਂ ਹੁੰਦਾ, ਵੀ ਜਿਹੜੀ ਅਸਲੀਅਤ ਵਾਲੀ ਗੱਲ ਹੈ ਉਹ ਲੋਕਾਂ ਦੇ ਸਾਹਮਣੇ ਤੁਸੀਂ ਰੱਖੋ ਵੀ ਭਾਈ ਆਹ ਕੁਝ ਨਹੀਂ ਹੈ ਤੇ ਆਹ ਕੁਝ ਸੱਚਾਈ ਹੈ। ਅਗਲੇ ਕਹਿੰਦੇ ਜੀ ਇੰਨਾ ਲੰਮਾ ਸਮਾਂ ਹੋ ਗਿਆ ਫਿਰ ਅਸੀਂ ਝੂਠ ਹੀ ਸੁਣਦੇ ਰਹੇ, ਸਾਡੇ ਬਾਬੇ ਤਾਂ ਇਹ ਕੁਝ ਸੁਣਾਉਂਦੇ ਰਹੇ, ਸਾਡੇ ਬਾਬੇ ਤਾਂ ਕਹਿੰਦੇ ਰਹੇ। ਪਰ ਜੋ ਗੁਰਬਾਣੀ ਨੇ ਕਿਹਾ, ਗੁਰਮੁਖੋ, ਮੈਂ ਪਹਿਲਾਂ ਬੇਨਤੀ ਕੀਤੀ, ਗੁਰਬਾਣੀ ਵਿੱਚ ਸੱਚਾਈ ਹੈ, ਤੇ ਜੇ ਕੋਈ ਸੱਚਾਈ ਨੂੰ ਛਪਾਉਂਦਾ ਹੈ ਉਹ ਗੁਰੂ ਦਾ ਦੇਣਦਾਰ ਹੈ। ਜੇ ਅਸੀਂ ਗੁਰੂ ਦਾ ਖਾਂਦੇ ਹਾਂ ਤੇ ਗੁਰੂ ਦਾ ਖਾ ਕੇ ਫਿਰ ਗੁਰੂ ਦੀ ਗੱਲ ਨੂੰ ਛਪਾਉਣਾ, ਇਹ ਸਭ ਤੋਂ ਵੱਡਾ ਅਕਿਰਤ ਘਣਪੁਣਾ ਹੁੰਦਾ ਹੈ। ਸੋ ਇਸ ਕਰਕੇ ਇਸ ਨੂੰ ਲੁਕਾਇਆ ਨਹੀਂ ਜਾ ਸਕਦਾ। ਅੱਜ ਵੀ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵੀ ਪੁਜਾਰੀ ਸ਼੍ਰੇਣੀ ਜਿੰਨੀ ਹੈ, ਉਹਨਾਂ ਨੂੰ ਅੱਜ ਵੀ ਇਸ ਗੱਲ ਦੀ ਸੋਚਣ ਦੀ ਲੋੜ ਹੈ ਕਿ ਅਸੀਂ ਅਸਲੀਅਤ ਵਾਲੀ ਗੱਲ ਲੋਕਾਂ ਨੂੰ ਦੱਸੀਏ। ਜਿਹੜੇ ਕਰਮ ਕਾਂਡ ਹੈ ਇਹਨਾਂ 'ਚ ਫਸਾ ਕੇ, ਠੀਕ ਹੈ 4 ਦਿਨ ਬੰਦਾ ਪੈਸੇ ਚੰਗੇ ਲੁੱਟ ਸਕਦਾ ਹੈ, ਪਰ ਉਹਦੇ ਨਾਲ ਨਾ ਕੋਈ ਗੁਰੂ ਦੀ ਰਹਿਮਤ ਮਿਲਣੀ ਹੈ, ਨਾ ਕੋਈ ਗੁਰੂ ਦੀ ਖੁਸ਼ੀ ਮਿਲਣੀ ਹੈ। ਸਾਹਿਬ ਜੀ ਕਹਿੰਦੇ ਨੇ, ਐ ਪੁਜਾਰੀ ਜੀ, ਇਹ ਧਾਰਮਿਕ ਲੋਕਾਂ ਨੂੰ ਤੱਤ ਦੀ ਗੱਲ, ਅਸਲੀਅਤ ਦੀ ਗੱਲ ਦੱਸੋ। ਸਾਹਿਬ ਜੀ ਕਹਿੰਦੇ, ਜਿਸ ਦੇ ਵਿੱਚੋਂ ਸੁੱਖ ਆਤਮਾ ਨੂੰ ਪੈਦਾ ਹੋਣ, ਉਹ ਸੁੱਖਾਂ ਵਾਲੀ ਗੱਲ, ਸਿੱਧੀ ਸੱਧੀ ਗੱਲ ਲੋਕਾਂ ਨੂੰ ਦੱਸੋ ਵੀ ਭਾਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸੌਖਾ ਜਿਹਾ, ਜਿੰਨੀ ਸਿੱਖੀ ਸੌਖੀ ਹੈ ਨਾ, ਅਸੀਂ ਬਣਾ ਔਖੀ ਦਿੱਤੀ ਹੈ। ਸਿੱਖੀ ਤਾਂ ਬਹੁਤ ਸੌਖੀ ਸੀ, ਅਸੀਂ ਔਖੀ ਕਰ ਕਰਕੇ ਪੇਸ਼ ਕੀਤੀ ਹੈ। ਸਿੱਖੀ ਦੇ ਵਿੱਚ ਵੇਖੋ ਕਿੱਡਾ ਸੌਖਾ ਜਿਹਾ ਕੰਮ ਹੈ ਵੀ ਬੰਦਾ ਆਪਣੀ ਕਿਰਤ ਕਰਦਾ ਦਸਾਂ ਨਵਾਂ ਦੀ, ਨਾਲ ਨਾਲ ਰੱਬ ਦਾ ਨਾਮ ਜਪਦਾ ਹੈ, ਉਸ ਕਿਰਤ ਵਿੱਚੋਂ ਦਸਵੰਧ ਕੱਢਦਾ ਹੈ ਤੇ ਉਹ ਦਸਵੰਧ ਨਾਲ ਲੋੜਵੰਦਾਂ ਦੀ ਮਦਦ ਕਰਦਾ। ਕਿੰਨਾ ਸੌਖਾ ਕੰਮ ਹੈ। ਇੱਥੇ ਕੋਈ ਕਿਹਾ ਜਾਂਦਾ ਹੈ ਕਿ ਭਾਈ ਤੂੰ ਜਿਹੜਾ ਜਲ ਧਾਰੇ ਕਰਕੇ ਆਵੀਂ, ਧੂਣੀਆਂ ਤਪਾ ਕੇ ਆਵੀਂ, ਪੁੱਠਾ ਲੜ ਕੇ ਆਵੀਂ, ਜਟਾਵਾਂ ਵਧਾ ਲਵੀਂ, ਫਿਰ ਤੈਨੂੰ ਰੱਬ ਮਿਲਣਾ ਹੈ। ਇੱਥੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਤੇ ਸੌਖਾ ਕੰਮ ਹੈ ਭਾਈ, ਆਪਣੀ ਕਿਰਤ ਕਰੋ, ਨਾਲ ਨਾਲ ਵਾਹਿਗੁਰੂ ਨੂੰ ਯਾਦ ਰੱਖੋ। ਉਹਨੂੰ ਯਾਦ ਰੱਖਦਿਆਂ ਹੋਏ ਜੋ ਤੁਸੀਂ ਕਿਰਤ ਕਰਦੇ ਹੋ, ਆਪਣਾ ਦਸਵੰਧ ਲੋੜਵੰਦਾਂ ਦੀ ਮਦਦ ਕਰੋ।
ਇਸ ਚੀਜ਼ ਨੂੰ ਸਮਝਣਾ ਹੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹੀ ਸਭ ਤੋਂ ਵੱਡਾ ਸਿੱਖੀ ਨੂੰ ਕਮਾਉਣਾ ਹੈ। ਤੋ ਸਾਹਿਬ ਜੀ ਕਹਿੰਦੇ ਇਹਦੇ ਵਿੱਚੋਂ ਆਤਮਿਕ ਆਨੰਦ ਪੈਦਾ ਹੁੰਦਾ ਹੈ। ਇਹ ਗੱਲ ਪੰਡਤ ਜੀ ਤੁਸੀਂ ਦੱਸੋ, ਸ਼ਬਦ ਲਮੇਰਾ ਹੈ, ਤਿੰਨ ਤਿੰਨ ਤੁਕਾਂ ਇਸ ਇੱਕ ਬੰਦ ਵਿੱਚ ਨੇ। ਤੇ ਤੁਕੀ ਦਾ ਮਤਲਬ ਹੈ ਤਿੰਨ ਤਿੰਨ ਤੁਕਾਂ। ਸੋ ਸ਼ਬਦ ਕਾਫੀ ਲਮੇਰਾ ਹੋਣ ਕਰਕੇ ਇੱਕ ਇੱਕ ਪੰਕਤੀ ਨੂੰ ਆਪਾਂ ਵਿਚਾਰਦਿਆਂ ਹੋਇਆਂ ਸ਼ਬਦ ਨੂੰ ਸਮਾਪਤੀ ਵਾਲੇ ਬੰਨੇ ਲੈ ਕੇ ਚੱਲਾਂਗੇ। ਸਾਹਿਬ ਕਿਰਪਾ ਕਰਦੇ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਇਹ ਪੰਡਤ ਜੀ ਇਹ ਜਿਹੜੀ ਆ ਆਸਾ ਤੇ ਮਨਸਾ ਜਿਹੜੀਆਂ ਭਾਵ ਕੇ ਮਨ ਦੀਆਂ ਵਾਸ਼ਨਾਵਾਂ ਪੰਡਤ ਜੀ ਜਿੰਨੀਆਂ ਵਧਾ ਲੋਗੇ ਉਨੀਆਂ ਵੱਧਦੀਆਂ ਜਾਣਗੀਆਂ, ਪਰ ਇਹ ਬੰਧਨ ਦਾ ਕੰਮ ਕਰਨਗੀਆਂ। ਇਹ ਪੰਡਤ ਜੀ ਉਹ ਕਰਮ ਜਿਸ ਕਰਮ ਦੇ ਵਿੱਚ ਧਰਮ ਨਾ ਕੋਈ ਹੋਵੇ ਉਹਦਾ ਲਾਭ ਕੋਈ ਨਹੀਂ ਹੁੰਦਾ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ ਤਿਰ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਿਸ ਕਰਮ ਦੇ ਵਿੱਚ ਸਾਹਿਬ ਜੀ ਕਹਿੰਦੇ ਧਰਮ ਨਹੀਂ, ਸਚਾਈ ਨਹੀਂ, ਉਹ ਕਰਮ ਕਰਨ ਦਾ ਕੋਈ ਲਾਭ ਨਹੀਂ, ਉਹ ਤਾਂ ਜੀਵ ਦੇ ਵਾਸਤੇ ਬੰਧਨ ਦਾ ਕੰਮ ਕਰਦਾ ਹੈ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਸਾਹਿਬ ਜੀ ਕਹਿੰਦੇ ਨੇ ਜਿਹੜਾ ਬ੍ਰਾਹਮਣ ਦਾ ਮਿਥਿਆ ਹੋਇਆ ਪਾਪ ਪੁੰਨ ਹੈ ਨਾ, ਵੀ ਆਹ ਕੰਮ ਕਰ ਲਓ ਤੇ ਜਿਹੜਾ ਪੁੰਨ ਹੈ, ਆਹ ਕੰਮ ਕਰ ਲਓ ਤੇ ਪਾਪ ਹੈ। ਸਾਹਿਬ ਜੀ ਕਹਿੰਦੇ ਤੇਰਾ ਮਿਥਿਆ ਹੋਇਆ ਹੀ ਪਾਪ ਪੁੰਨ ਹੈ, ਵੈਸੇ ਕੋਈ ਪਾਪ ਪੁੰਨ ਵਾਲੀ ਗੱਲ ਕੋਈ ਨਹੀਂ ਹੈ। ਭਾਵ ਕਿ ਜਿਹੜਾ ਬ੍ਰਾਹਮਣ ਦਾ ਮਿਥਿਆ ਹੋਇਆ ਪਾਪ ਪੁੰਨ ਉਹਨੂੰ ਗੁਰੂ ਸਾਹਿਬ ਰੱਦ ਕਰਦੇ ਹੈ। ਜਿਹੜਾ ਮਨੁੱਖ ਆਪ ਕਰਮ ਕਰੇਗਾ, ਵੇਖੋ ਜਪਜੀ ਸਾਹਿਬ ਦੀ ਬਾਣੀ 'ਚ ਸਾਹਿਬ ਨੇ ਬੜਾ ਸੌਖੇ ਢੰਗ ਨਾਲ ਸਮਝਾ ਦਿੱਤਾ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਸਾਹਿਬ ਜੀ ਕਹਿੰਦੇ ਕੇਵਲ ਸ਼ਬਦਾਂ ਨਾਲ ਨਹੀਂ ਤੁਸੀਂ ਕਹਿ ਸਕਦੇ ਕਿਸੇ ਨੂੰ, ਵੀ ਸ਼ਬਦਾਂ ਨਾਲ ਕਹਿ ਦਿਓ ਵੀ ਆਹ ਬੰਦਾ ਪੁੰਨੀ ਹੈ ਤੇ ਆਹ ਬੰਦਾ ਪਾਪੀ ਹੈ, ਕਿਉਂਕਿ ਜਿਹੜਾ ਪੁੰਨ ਹੁੰਦਾ ਹੈ ਤੇ ਪਾਪ ਹੁੰਦਾ ਇਹ ਬਾਹਰੀ ਨਹੀਂ, ਇਹ ਅੰਤਰੀ ਵੀ ਹੈ। ਪਾਪ ਜਿਹੜਾ ਹੈ ਇਹ ਅੰਦਰ ਹੁੰਦਾ ਹੈ, ਪਾਪ ਕਦੀ ਬਾਹਰ ਨਹੀਂ ਹੁੰਦਾ। ਜਿਹੜਾ ਅਪਰਾਧ ਹੈ ਉਹ ਬਾਹਰ ਹੁੰਦਾ ਹੈ। ਅਪਰਾਧ ਤਨ ਨਾਲ ਬਾਹਰੀ ਤੌਰ ਤੇ ਪ੍ਰਗਟ ਹੋ ਜਾਂਦਾ ਹੈ, ਪਾਪ ਜਿਹੜਾ ਹੈ ਇਹ ਪ੍ਰਗਟ ਨਹੀਂ ਹੁੰਦਾ। ਪਾਪ ਹਮੇਸ਼ਾ ਬੰਦਾ ਅੰਦਰ ਜੋ ਸੋਚਦਾ ਜੋ ਚਿਤਵਦਾ ਹੈ ਉਹਨੂੰ ਅਸੀਂ ਪਾਪ ਕਹਿੰਦੇ ਹਾਂ। ਸਾਹਿਬ ਕਹਿੰਦੇ ਹੁਣ ਕਿਹੜਾ ਥਰਮਾਮੀਟਰ ਜਿਹੜਾ ਲਾ ਕੇ ਬੰਦੇ ਦੇ ਅੰਦਰ ਵੇਖ ਲਓਗੇ ਵੀ ਇਹ ਬੰਦਾ ਪੁੰਨੀ ਹੈ ਕਿ ਪਾਪੀ ਹੈ, ਇਹ ਉਹਦੇ ਆਪਣੇ ਕਰਮ ਕਹਿ, ਆਪਣੇ ਆਪ ਨੂੰ ਖੁਦ ਇਨਸਾਨ ਨੂੰ ਪਤਾ ਵੀ ਮੈਂ ਕਿੰਨਾ ਪੁੰਨੀ ਹੈ ਤੇ ਕਿੰਨਾ ਪਾਪੀ ਹੈ। ਸਾਹਿਬ ਜੀ ਕਹਿੰਦੇ ਤੂੰ ਪੰਡਤ ਜੀ ਕਿਸੇ ਨੂੰ ਪੁੰਨੀ ਪਾਪੀ ਨਾ ਕਹਿ ਤੇ ਨਾ ਬਣਾ, ਕਿਉਂਕਿ ਸਾਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਦੇਣ ਨਾਲ ਹੀ ਅਸਲ ਵਿੱਚ ਬੰਦਾ ਪੁੰਨੀ ਪਾਪੀ ਤਾਂ ਹੀ ਬਣਦਾ ਹੈ ਜਦੋਂ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ, ਤਾਂ ਹੀ ਉਹ ਬੁਰੇ ਕਰਮ ਕਰਨ ਕਰਕੇ ਉਹ ਜੀਵ ਜਿਹੜਾ ਹੈ ਪ੍ਰਭੂ ਪਰਮਾਤਮਾ ਤੋਂ ਟੁੱਟਣ ਕਰਕੇ ਉਧਰ ਨੂੰ ਚਲ ਜਾਂਦਾ ਹੈ, ਜਿਹਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਤੋ ਸਾਹਿਬ ਕਿਰਪਾ ਕਰਦੇ ਨੇ ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵਿਕਾਰੀ। ਇਹ ਜਿਹੜਾ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ, ਮਾਇਆ ਤੋਂ ਭਾਵ ਜਿਸ ਮੋਹ ਵਿੱਚ ਪੈ ਕੇ ਨਿਰੰਕਾਰ ਵਿਸਰ ਜਾਂਦਾ ਹੈ, ਸਾਹਿਬ ਜੀ ਕਹਿੰਦੇ ਨੇ ਉਸ ਚੀਜ਼ ਨੂੰ ਮਾਇਆ ਕਹਿੰਦੇ ਨੇ। ਜਿਹਦੇ 'ਚ ਮਨੁੱਖ ਦਾ ਮਨ ਲੱਗ ਜਾਏ ਤੇ ਪਰਮੇਸ਼ਰ ਭੁੱਲ ਜਾਏ ਤੇ ਮਨੁੱਖ ਵਿਕਾਰੀ ਬਣ ਜਾਂਦਾ ਹੈ, ਬੁਰਾਈਆਂ ਵਿੱਚ ਚਲਿਆ ਜਾਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸ਼ਬਦ ਦੇ ਅਗਲੇ ਦੂਸਰੇ ਬੰਦ ਵਿੱਚ ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸ਼ਾਸਤਰ ਵੇਦਾਂ ਦੀ ਵਿਚਾਰ, ਬਕੇ ਬੋਲਣਾ, ਖੜੋ ਖਲੋਣਾ। ਸਾਹਿਬ ਜੀ ਕਹਿੰਦੇ ਨੇ ਸ਼ਾਸਤਰਾਂ ਦੀ ਵੇਦਾਂ ਦੀ ਵਿਚਾਰ ਪੰਡਤ ਜੀ ਤੁਸੀਂ ਖਲੋ ਖਲੋ ਕੇ ਲੋਕਾਂ ਨੂੰ ਸੁਣਾਉਂਦੇ ਹੋ, ਕਰਦੇ ਹੋ। ਕਰਮ ਕਰੋ ਸੰਸਾਰੀ, ਲੋਕਾਂ ਨੂੰ ਤੇ ਇਹਨਾਂ ਧਾਰਮਿਕ ਗ੍ਰੰਥਾਂ ਦੀਆਂ ਵਿਚਾਰਾਂ ਕਰ ਕਰਕੇ ਸੁਣਾਉਂਦੇ ਹੋ, ਪਰ ਆਪ ਸੰਸਾਰੀ ਕਰਮ ਦਾ ਮਤਲਬ ਹੈ ਆਪ ਤਾਂ ਤੁਸੀਂ ਉਹੀ ਕੁਝ ਕਰਦੇ ਹੋ ਜਿਹੜੇ ਕਰਮ ਆਮ ਸੰਸਾਰੀ ਬੰਦਾ ਕਰਦਾ, ਤੁਸੀਂ ਵੀ ਉਹੀ ਕਰੀ ਜਾਂਦੇ ਹੋ। ਉਸ ਤਰ੍ਹਾਂ ਲੋਕਾਂ ਨੂੰ ਵੇਦਾਂ ਦੀ ਕਥਾ ਕਰ ਕਰਕੇ ਜ਼ਰੂਰ ਸੁਣਾਉਂਦੇ ਹੋ ਵੀ ਆਹ ਕਰਨਾ ਚਾਹੀਦਾ। ਸਾਡੇ ਉੱਤੇ ਇਹ ਗੱਲ ਆਉਂਦੀ ਹੈ, ਅਸੀਂ ਦੂਜਿਆਂ ਨੂੰ ਤੇ ਕਹੀ ਜਾਈਏ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਤੇ ਆਪ 8 ਵਜੇ ਤੱਕ ਘਰਾੜੇ ਮਾਰੀ ਜਾਈਏ। ਅਸੀਂ ਦੂਜਿਆਂ ਨੂੰ ਕਹੀਏ ਭਾਈ ਸੇਵਾ ਕਰਨੀ ਚਾਹੀਦੀ ਆ, ਆਪ ਅਸੀਂ ਕਦੀ ਬਰਤਨ ਨਹੀਂ ਧੋਤਾ ਹੋਵੇ। ਦੂਜਿਆਂ ਨੂੰ ਅਸੀਂ ਕਹੀ ਜਾਈਏ ਕਿ ਸਿਮਰਨ ਕਰਨਾ ਚਾਹੀਦਾ, ਆਪ ਅਸੀਂ ਕਦੀ ਵਾਹਿਗੁਰੂ ਨਾ ਕਿਹਾ ਹੋਵੇ। ਇਹ ਸਾਡੇ ਤੇ ਆਉਂਦੀ ਗੱਲ ਕਿ ਦੂਜਿਆਂ ਨੂੰ ਤੇ ਤੂੰ ਸਾਹਿਬ ਕਹਿੰਦੇ ਕਹਿ ਰਿਹਾ ਪਰ ਖੁਦ ਕੀ ਕਰ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪੰਡਤ ਜੀ ਤੁਸੀਂ ਦੂਜਿਆਂ ਨੂੰ ਤਾਂ ਕਹਿ ਰਹੇ ਹੋ, ਵੇਦਾਂ ਸ਼ਾਸਤਰਾਂ ਦੀਆਂ ਵਿਚਾਰਾਂ ਕਥਾ ਕਰ ਕਰਕੇ ਸੁਣਾਉਂਦੇ ਪਏ ਹੋ, ਪਰ ਆਪ ਕਿਉਂ ਨਹੀਂ ਤੁਸੀਂ ਆਪਣੇ ਜੀਵਨ 'ਚੋਂ ਕਰਮ ਕਮਾਉਂਦੇ, ਆਪ ਕਿਉਂ ਨਹੀਂ ਕਰਦੇ। ਸਾਹਿਬ ਕਹਿੰਦੇ ਪਾਖੰਡ ਮੈਲ ਨਾ ਚੂਕਾਈ ਭਾਈ, ਅੰਤਰ ਮੈਲ ਵਿਕਾਰੀ। ਫਿਰ ਪੰਡਤ ਜੀ ਇਹਨਾਂ ਪਖੰਡਾਂ ਨਾਲ ਅੰਦਰ ਦੀ ਮੈਲ ਨਹੀਂ ਕਦੀ ਜਾਣੀ। ਬਾਹਰ ਪਖੰਡ ਕਰ ਕਰਕੇ ਤੁਸੀਂ ਵਿਖਾਓ ਜਿੰਨੇ ਮਰਜ਼ੀ ਦੁਨੀਆ ਨੂੰ, ਇਹਦੇ ਨਾਲ ਅੰਦਰ ਦੀ ਮੈਲ ਕਦੀ ਨਹੀਂ ਜਾ ਸਕਦੀ। ਤੇ ਸਾਹਿਬ ਜੀ ਕਹਿੰਦੇ ਅੰਦਰ ਦਾ ਮਨ ਜਿਹੜਾ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਪਿਆ ਹੈ, ਸਾਹਿਬ ਜੀ ਕਹਿੰਦੇ ਉਹ ਪਖੰਡ ਨਾਲ ਨਹੀਂ ਜਾਏਗਾ,
ਉਸ ਅੰਦਰ ਦੀ ਮੈਲ ਨੂੰ ਜੇ ਦੁਨੀਆ ਨਾ ਜਾਣੇ, ਰੱਬ ਤਾਂ ਜਾਣਦਾ ਹੀ ਹੈ, ਪਰਮੇਸ਼ਰ ਤਾਂ ਜਾਣਦਾ ਹੀ ਹੈ। ਸਾਹਿਬ ਜੀ ਕਹਿੰਦੇ ਇਸ ਕਰਕੇ ਪੰਡਤ ਜੀ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਖਤਮ ਕਰੋ। ਇਨ ਬਿਦ ਡੂਬੀ ਮਾਕੂਰੀ ਭਾਈ ਊਂਡੀ ਸਰਕੈ ਭਾਰੀ। ਸਾਹਿਬ ਫਿਰ ਉਦਾਹਰਨ ਦੇ, ਜਿਵੇਂ ਇੱਕ ਮੱਕੜੀ ਜਾ ਆਪਣੇ ਆਪ ਸਾਰਾ ਤਾਣਾ ਬਾਣਾ ਬਣਾਉਂਦੀ ਹੈ, ਤਾਂ ਉਹਦੇ ਵਿੱਚ ਜਿਵੇਂ ਮੱਕੜੀ ਆਪਣੇ ਬਣਾਏ ਹੋਏ ਜਾਲ ਵਿੱਚ ਖੁਦ ਫਸ ਜਾਂਦੀ ਹੈ ਨਾ, ਇਹ ਪੰਡਤ ਜੀ ਫਿਰ ਇਹ ਜਿਹੜਾ ਦੁਨੀਆ ਵਾਸਤੇ ਜਾਲ ਬਣਾਉਂਦੇ ਹੋ ਨਾ, ਇਹ ਜਾਲ ਤੁਹਾਡੇ ਵਾਸਤੇ ਫਾਹੀ ਦਾ ਕੰਮ ਕਰੇਗਾ। ਭਾਵ ਦੂਜਿਆਂ ਨੂੰ ਕਰਮ ਕਾਂਡਾਂ 'ਚ ਫਸਾ ਕੇ 4 ਦਿਨ ਚੰਗੀ ਮਾਇਆ ਬਟੋਰ ਲੈਣੀ, ਉਹ ਮਾਇਆ ਹੀ ਮੁੜ ਕੇ ਮਨੁੱਖ ਦੇ ਦੁੱਖ ਦਾ ਕਾਰਨ ਬਣ ਜਾਂਦੀ ਹੈ। ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ। ਦੁਰਮਤ ਕਹਿੰਦੇ ਨੇ ਖੋਟੀ ਮੱਤ, ਭੈੜੀ ਮੱਤ ਨੂੰ। ਸਾਹਿਬ ਜੀ ਕਹਿੰਦੇ ਨੇ ਇਹ ਪੰਡਤ ਜੀ ਆਪਣੀ ਖੋਟੀ ਮੱਤ ਦਾ ਤਿਆਗ ਕਰੋ। ਜੇ ਤੁਸੀਂ ਖੋਟੀ ਮੱਤ ਦੇ ਨਾਲ ਅੰਦਰ ਖੋਟ ਰੱਖ ਕੇ ਦੁਨੀਆ ਨੂੰ ਗੁੰਮਰਾਹ ਕਰਦੇ ਰਹੇ ਤੇ ਸਾਹਿਬ ਜੀ ਕਹਿੰਦੇ ਖੁਆਰ ਹੋ ਕੇ ਜਾਓਗੇ ਸੰਸਾਰ ਤੋਂ। ਬਿਨ ਸਤਿਗੁਰ ਨਾਮ ਨ ਪਾਈਐ ਭਾਈ, ਬਿਨ ਨਾਮੈ ਭਰਮ ਨ ਜਾਈ। ਪੰਡਤ ਜੀ ਸਤਿਗੁਰੂ ਤੋਂ ਬਿਨਾ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ, ਤੇ ਨਾਮ ਤੋਂ ਬਿਨਾ ਅੰਦਰ ਦਾ ਭਰਮ ਨਹੀਂ ਜਾ ਸਕਦਾ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਜੇ ਸਤਿਗੁਰੂ ਦੀ ਸੇਵਾ ਕਰੀਏ, ਸਤਿਗੁਰੂ ਦਾ ਸਿਮਰਨ ਕਰੀਏ, ਤਾਂ ਜ਼ਿੰਦਗੀ ਵਿੱਚ ਸੁੱਖ ਆਉਂਦਾ ਹੈ, ਤਾਂ ਆਉਣ ਜਾਣ ਦਾ ਸਿਲਸਿਲਾ ਖਤਮ ਹੋ ਸਕਦਾ ਹੈ। ਸਾਚ ਸਹਿਜ ਗੁਰ ਤੇ ਊਪਜੈ ਭਾਈ, ਨਿਰਮਲ ਸਾਚ ਸਮਾਈ। ਸਾਹਿਬ ਜੀ ਕਹਿੰਦੇ ਸੱਚ ਨਾਲ ਜੇ ਜੁੜ ਜਾਈਏ, ਅੰਦਰ ਟਿਕਾਓ ਬਣਦਾ ਹੈ, ਅਡੋਲਤਾ ਬਣਦੀ ਹੈ, ਤੇ ਸੱਚ ਗੁਰੂ ਤੋਂ ਉਪਜਦਾ ਹੈ। ਭਾਵ ਸੱਚ ਮਿਲਦਾ ਕਿੱਥੋਂ ਹੈ? ਗੁਰੂ ਕੋਲੋਂ ਮਿਲਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਕੀ ਹੁੰਦਾ, ਜਿਹੜਾ ਮਨ ਹੈ ਸ਼ੁੱਧ ਹੋ ਜਾਂਦਾ, ਨਿਰਮਲ ਹੋ ਜਾਂਦਾ, ਤੇ ਸੱਚ ਵਿੱਚ ਹੀ ਸਮਾ ਜਾਂਦਾ। ਭਾਵ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ, ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਣੇ ਮਨ ਨੂੰ ਸ਼ੁੱਧ ਕਰਨਾ, ਇਹ ਮਨ ਫਿਰ ਉਸ ਸੱਚ ਵਿੱਚ ਸਮਾ ਜਾਂਦਾ ਹੈ। ਸਾਹਿਬ ਕਿਰਪਾ ਕਰਦੇ, ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗ ਨਾ ਪਾਈ, ਮਗ ਮੈਨੇ ਰਸਤਾ। ਸਾਹਿਬ ਜੀ ਕਹਿੰਦੇ ਨੇ ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦੇ ਸਿਮਰਨ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ। ਜਿਹਨੂੰ ਗੁਰੂ ਦੀ ਸੇਵਾ ਸਿਮਰਨ ਦੀ ਸਮਝ ਆ ਗਈ, ਬੂਝੇ ਮੈਨੇ ਸਮਝਣਾ, ਜਿਹਨੂੰ ਸਮਝ ਆ ਗਈ, ਮੇਰੇ ਸਾਹਿਬ ਜੀ ਕਹਿੰਦੇ ਕਿਹੜੀ ਸਮਝ? ਗੁਰ ਬਿਨ ਮਗ ਨਾ ਪਾਈ, ਗੁਰੂ ਤੋਂ ਬਿਨਾਂ ਮਾਰਗ, ਗੁਰੂ ਤੋਂ ਬਿਨਾਂ ਸੱਚ ਦਾ ਸਹੀ ਰਸਤਾ ਸਮਝ ਨਹੀਂ ਆ ਸਕਦਾ। ਸਾਹਿਬ ਕਿਰਪਾ ਕਰਦੇ, ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ, ਕੂੜ ਬੋਲ ਬਿਖ ਖਾਈ। ਇਹ ਪੰਡਤ ਜੀ ਜੇ ਤੁਸੀਂ ਅੰਦਰ ਲੋਭ ਰੱਖ ਕੇ, ਤੇ ਇਸ ਲੋਭ ਦੇ ਕਾਰਨ ਤੁਸੀਂ ਲੋਕਾਂ ਨੂੰ ਕਰਮ ਕਾਂਡਾਂ 'ਚ ਫਸਾਉਂਦੇ ਹੋ, ਕੂੜ ਬੋਲ ਬੋਲ ਕੇ, ਝੂਠ ਬੋਲ ਬੋਲ ਕੇ। ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ। ਸਾਹਿਬ ਜੀ ਕਹਿੰਦੇ ਨੇ ਕਿ ਗਲ ਬਾਲਾ ਤਿਲਕ ਲਲਾਟੰ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮ। ਸਾਹਿਬ ਜੀ ਕਹਿੰਦੇ ਨੇ ਇਹ ਪੰਡਤ ਜੀ ਤੁਸੀਂ ਬੰਗਲਿਆਂ ਵਾਂਗੂ ਸਮਾਧੀਆਂ ਵੀ ਲਾਉਂਦੇ ਹੋ, ਇਸ ਬਣਾਈ ਹੋਈ ਪੱਥਰ ਦੀ ਮੂਰਤੀ ਅੱਗੇ ਮਾਲਾ ਵੀ ਗਲ ਵਿੱਚ ਪਾ ਲਈ, ਮੱਥੇ ਤੇ ਤਿਲਕ ਵੀ ਲਾ ਲਿਆ, ਧੋਤੀਆਂ ਵੀ ਰੱਖ ਲਈਆਂ, ਪੋਥੀਆਂ ਵੀ ਰੱਖ ਲਈਆਂ, ਵੇਦਾਂ ਦੇ ਪਾਠ ਵੀ ਕਰਨ ਲੱਗ ਪਏ, ਸਾਰਾ ਕੁਝ ਕੀਤਾ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮੈਂ ਹੈਰਾਨ ਹਾਂ ਪੰਡਤ ਜੀ ਤੇਰੀ ਇੱਕ ਗੱਲ ਉੱਤੇ, ਉਹ ਇਸ ਗੱਲ ਉੱਤੇ ਮੈਂ ਹੈਰਾਨ ਹਾਂ ਕਿ ਮੁਖ ਝੂਠ ਬੇਭੂਖਣ ਸਾਰੰਗ, ਆਪਣੇ ਮੂੰਹ ਵਿੱਚੋਂ ਤੁਸੀਂ ਝੂਠ ਇੰਨਾ ਸ਼ਿੰਗਾਰ ਕੇ ਪੇਸ਼ ਕਰਦੇ ਹੋ, ਬੰਦਾ ਮੰਨ ਹੀ ਨਹੀਂ ਸਕਦਾ ਵੀ ਇਹ ਗੱਲ ਝੂਠੀ ਹੈ ਕਿ ਸੱਚੀ ਹੈ। ਮੁਖ ਝੂਠ ਵਿਭੂਖਣ, ਵਿਭੂਖਣ ਕਹਿੰਦੇ ਗਹਿਣਿਆਂ ਨੂੰ। ਸਾਹਿਬ ਕਹਿੰਦੇ ਮੁਖ ਵਿੱਚੋਂ ਝੂਠ ਤੁਸੀਂ ਸ਼ਿੰਗਾਰ ਕੇ ਪੇਸ਼ ਕਰਦੇ ਹੋ, ਪਰ ਯਾਦ ਰੱਖੇ ਪੰਡਤ ਜੀ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਝੂਠ ਤਾਂ ਝੂਠ ਹੀ ਆਖਰਕਾਰ ਰਹਿਣਾ। ਸਾਹਿਬ ਕਹਿੰਦੇ ਇਸ ਝੂਠ ਨੂੰ ਬੋਲ ਬੋਲ ਕੇ ਜੋ ਤੂੰ ਇਹਨਾਂ ਝੂਠਾਂ ਦੇ ਰਾਹੀਂ ਜੋ ਕੁਝ ਇਕੱਤਰ ਕਰਦਾ ਪਿਆ, ਜ਼ਹਿਰ ਹੀ ਹੈ ਉਹ। ਇੱਥੇ ਗੱਲ ਇਹ ਕਹਾਂਗੇ ਕਿ ਜੇ ਕੋਈ ਬੰਦਾ ਕਿਸੇ ਨੂੰ ਕਰਮ ਕਾਂਡਾਂ 'ਚ ਫਸਾ ਕੇ, ਵਹਿਮਾਂ ਭਰਮਾਂ 'ਚ ਫਸਾ ਕੇ ਮਾਇਆ ਬਟੋਰਦਾ ਪਿਆ ਤੇ ਜ਼ਹਿਰ ਇਕੱਠਾ ਕਰਦਾ ਪਿਆ, ਉਹ ਜ਼ਹਿਰ ਉਹਦੀ ਮੌਤ ਦਾ ਕਾਰਨ ਬਣ ਜਾਏਗਾ। ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਪੰਡਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੈ ਤੱਥ। ਪੰਡਤ ਜੀ ਜੇ ਦਹੀਂ ਨੂੰ ਰਿੜਕੀਏ ਤੇ ਮੱਖਣ ਨਿਕਲਦਾ, ਜੇ ਦਹੀਂ ਨੂੰ ਰਿੜਕੀਏ ਤਾਂ ਮੱਖਣ ਨਿਕਲਦਾ ਹੈ, ਘਿਓ ਬਣਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ ਜੇ ਬੰਦੇ ਦੇ ਕੋਲੇ ਦਹੀਂ ਨਾ ਹੋਵੇ ਤੇ ਕਿਹੜੀ ਚੀਜ਼ ਹੋਵੇ? ਸਾਹਿਬ ਕਹਿੰਦੇ ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹ ਹਾਵਥ। ਪੰਡਤ ਜੀ ਜੇ ਪਾਣੀ ਵਿੱਚ ਸਾਰੀ ਜ਼ਿੰਦਗੀ ਮਧਾਣੀ ਪਾ ਕੇ ਤੁਰੇ ਫਿਰਾਂਗੇ
ਮੱਖਣ ਨਹੀਂ ਮਿਲਣਾ। ਭਾਵ ਕਿ ਪਾਣੀ 'ਚ ਮਧਾਣੀ ਦਾ ਮਤਲਬ ਬਣਿਆ ਕਰਮਕਾਂਡ। ਕਰਮਕਾਂਡਾਂ ਵਿੱਚ ਸਾਰੀ ਜ਼ਿੰਦਗੀ ਲਗਾ ਦਿਓਗੇ, ਕੁਝ ਨਹੀਂ ਮਿਲਣਾ। ਗੁਰਮਤ ਨੂੰ, ਇੱਥੇ ਦਹੀਂ ਤੋਂ ਭਾਵ ਹੈ ਗੁਰਮਤ। ਕਹਿੰਦੇ ਗੁਰਮਤ ਅਨੁਸਾਰ ਆਪਣੀ ਜ਼ਿੰਦਗੀ ਜੀਵੋਗੇ, ਉਹਦੇ ਵਿੱਚੋਂ ਤਾਂ ਕੁਝ ਨਾ ਕੁਝ ਤੱਤ ਮਿਲ ਜਾਏਗਾ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਮਿਲ ਜਾਏਗਾ। ਸਾਹਿਬ ਕਹਿੰਦੇ ਪੰਡਤ ਜੀ ਦਹੀਂ ਰਿੜਕਿਆਂ ਤੇ ਕੁਝ ਮਿਲ ਸਕਦਾ, ਪਰ ਪਾਣੀ ਰਿੜਕਿਆਂ ਕੁਝ ਨਹੀਂ ਮਿਲ ਸਕਦਾ। ਹੁਣ ਜੇ ਕੋਈ ਬੰਦਾ ਇਹ ਕਵੇ, ਕਈ ਵਾਰ ਕਈ ਕਹਿ ਦਿੰਦੇ ਆ ਜੀ ਸ਼ਰਧਾ ਹੋਵੇ ਤੇ ਕੀ ਨਹੀਂ ਹੋ ਸਕਦਾ। ਹੁਣ ਬੰਦਾ ਪਾਣੀ 'ਚ ਮਧਾਣੀ ਪਾ ਕੇ ਬੈਠਾ ਹੋਵੇ, ਕੋਈ ਬੀਬੀ ਕਹਿ ਲਓ, ਉਹਨੇ ਪਾਣੀ 'ਚ ਮਧਾਣੀ ਪਾਈ ਹੋਵੇ ਤੇ ਉਹਦੇ ਲਾਗੇ 4-5 ਭੈਣਾਂ ਕਹੀ ਜਾਣ, ਕੋਈ ਨਹੀਂ ਭੈਣਾਂ ਤੂੰ ਸ਼ਰਧਾ ਰੱਖ, ਭਰੋਸਾ ਰੱਖ, ਕਿਉਂ ਨਹੀਂ, ਇਸ ਪਾਣੀ ਵਿੱਚੋਂ ਵੀ ਮੱਖਣ ਨਿਕਲ ਸਕਦਾ, ਭਰੋਸਾ ਤਾਂ ਚਾਹੀਦਾ। ਕਿ ਉੱਥੇ ਭਰੋਸਾ ਕੀ ਕਰੇਗਾ। ਸਿਆਣੇ ਕਹਿਣਗੇ ਵੀ ਇਹੋ ਜਿਹੇ ਭਰੋਸੇ ਨੂੰ ਕੀ ਕਰਨਾ ਹੈ, ਕਿਉਂਕਿ ਪਾਣੀ ਵਿੱਚ ਸਾਰੀ ਜ਼ਿੰਦਗੀ ਮਧਾਣੀ ਪਾ ਕੇ ਬੈਠੇ ਰਹੋ। ਭਰੋਸੇ ਦੀ ਗੱਲ ਵੀ ਤਾਂ ਹੀ ਉੱਥੇ ਆਉਂਦੀ ਹੈ ਜਿੱਥੇ ਗੁਰਮਤ ਦੀ ਗੱਲ ਹੋਵੇ। ਗੁਰਮਤ ਹੋਵੇ ਤਾਂ ਕਿ ਗਿਆਨ ਤੇ ਸ਼ਰਧਾ ਦੋਨਾਂ ਚੀਜ਼ਾਂ ਦਾ ਸੁਮੇਲ ਹੁੰਦਾ ਹੈ। ਜੇ ਇਕੱਲੀ ਅੰਨੀ ਸ਼ਰਧਾ ਬਣਾ ਕੇ ਬੰਦਾ ਬੈਠਾ ਰਵੇ, ਤੇ ਅੰਨੀ ਸ਼ਰਧਾ ਤੁਸੀਂ ਇਉਂ ਕਹਿ ਲਓ ਜਿਵੇਂ ਪਾਣੀ 'ਚ ਮਧਾਣੀ ਹੁੰਦੀ ਹੈ, ਗਿਆਨ ਨਾਲ ਇਵੇਂ ਹੈ ਜਿਵੇਂ ਦਹੀਂ ਵਿੱਚ ਮਧਾਣੀ ਪਾ ਕੇ ਰਿੜਕਣਾ ਹੈ। ਸਾਹਿਬ ਜੀ ਕਹਿੰਦੇ ਪੰਡਤ ਜੀ ਦਹੀਂ ਵਿੱਚੋਂ ਤੱਤ ਮਿਲ ਜਾਣਗੇ, ਭਾਵ ਗੁਰਮਤ ਵਿੱਚੋਂ ਤੇ ਕੁਝ ਮਿਲ ਜਾਏਗਾ, ਪਰ ਕਰਮ ਕਾਂਡਾਂ 'ਚੋਂ ਕੁਝ ਨਹੀਂ ਮਿਲਣਾ। ਗੁਰ ਬਿਨ ਭਰਮ ਬਗੂਚੀਐ ਭਾਈ, ਘਟ ਘਟ ਦਿਓ ਅਲਖ। ਇਹ ਭਾਈ ਗੁਰੂ ਸਾਰੇ ਭਰਮ ਅੰਦਰੋਂ ਚੁੱਕ ਦਿੰਦਾ। ਤੇ ਘਟ ਘਟ ਦਾ ਮਤਲਬ ਹਰੇਕ ਹਿਰਦਾ, ਹਰੇਕ ਹਿਰਦੇ ਵਿੱਚ ਉਹ ਅਲਖ ਪਰਮਾਤਮਾ ਦੀ ਸਮਝ ਆ ਜਾਂਦੀ ਹੈ। ਸਾਹਿਬ ਕਹਿੰਦੇ ਇਹ ਜਗ ਤਾਗੋ ਸੂਤ ਕੋ ਭਾਈ, ਦਹਿਦ ਸਬਾਦੋ ਜਾਏ। ਇਉਂ ਕਹਿ ਲਓ ਕਿ ਇਹ ਮਨੁੱਖ ਨੂੰ ਪ੍ਰਭੂ ਪਰਮਾਤਮਾ ਨੇ ਇੱਕ ਸੂਤਰ ਵਿੱਚ, ਧਾਗੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਜਾਂ ਇਹਦੇ ਅਰਥ ਇਵੇਂ ਵੀ ਵਿਦਵਾਨ ਕਰਦੇ ਨੇ ਕਿ ਜਿਹੜੇ ਮਨੁੱਖ ਨੂੰ ਮਾਇਆ ਨੇ ਇਸ ਤਰ੍ਹਾਂ ਬੰਨ੍ਹ ਕੇ ਰੱਖਿਆ ਹੋਇਆ, ਜਿਵੇਂ ਸੂਤ ਹੈ, ਸੂਤ ਨੂੰ ਗੰਢਾਂ ਹੁੰਦੀਆਂ ਨੇ। ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਨੂੰ ਮਾਇਆ ਨੇ ਕਈ ਤਰੀਕਿਆਂ ਨਾਲ ਜਕੜ ਕੇ ਰੱਖਿਆ ਹੋਇਆ, ਬੰਨ੍ਹ ਕੇ ਰੱਖਿਆ ਹੋਇਆ ਹੈ। ਪਰ ਇਹ ਜਿਹੜਾ ਮਾਇਆ ਦਾ ਬੰਨਿਆ ਹੋਇਆ ਜੀਵ ਹੈ, ਛੁੱਟੇਗਾ ਕਿਵੇਂ। ਬਿਨ ਗੁਰ ਗਾਂਠ ਨ ਛੂਟਈ ਭਾਈ, ਥਾਕੇ ਕਰਮ ਕਮਾਏ। ਗੁਰੂ ਤੋਂ ਬਿਨਾਂ ਭਾਈ ਇਹ ਮਾਇਆ ਦੀ ਗੰਢ ਨਹੀਂ ਛੁੱਟ ਸਕਦੀ। ਭਾਵੇਂ ਮਨੁੱਖ ਅਨੇਕਾਂ ਇੱਥੇ ਕਰਮ ਕਰ ਕਰਕੇ ਚਲੇ ਗਏ, ਥੱਕ ਗਏ, ਸਾਹਿਬ ਜੀ ਕਹਿੰਦੇ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਇਹ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੁ ਨਾ ਜਾਏ। ਇਹ ਜਗਤ ਭਰਮ ਵਿੱਚ, ਭੁਲੇਖਿਆਂ ਦੇ ਵਿੱਚ ਪਿਆ ਹੋਇਆ ਹੈ। ਸਾਹਿਬ ਜੀ ਕਹਿੰਦੇ ਪਰ ਭਰਮ ਭੁਲੇਖਿਆਂ ਵਿੱਚ ਪਾਉਣ ਵਾਲੇ ਧਾਰਮਿਕ ਲੋਕ ਸਨ, ਜਿਨ੍ਹਾਂ ਨੇ ਪਾ ਦਿੱਤਾ ਇਹਨਾਂ ਨੂੰ। ਗੁਰ ਮਿਲਿਆ ਭਉ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ। ਸਾਹਿਬ ਕਹਿੰਦੇ ਜੇ ਗੁਰੂ ਨੂੰ ਮਿਲੀਏ, ਅੰਦਰ ਪ੍ਰਭੂ ਪਰਮਾਤਮਾ ਦਾ ਡਰ ਬਣਦਾ ਹੈ। ਫਿਰ ਮਨ ਵਿੱਚ ਪ੍ਰਭੂ ਪਰਮਾਤਮਾ ਦਾ ਜਦੋਂ ਭੈ ਬਣ ਜਾਂਦਾ ਹੈ, ਮਨ ਵਿੱਚ ਪਿਆਰ ਵੀ, ਭੈ ਵੀ ਤੇ ਪਿਆਰ ਵੀ, ਦੋਨੋਂ ਚੀਜ਼ਾਂ ਜਦੋਂ ਮਨ ਵਿੱਚ ਵਸ ਜਾਂਦੀਆਂ ਨੇ, ਸਾਹਿਬ ਜੀ ਕਹਿੰਦੇ ਨੇ ਮਨੁੱਖ ਦਾ ਸੱਚ ਨਾਲ ਜਦੋਂ ਸੁਮੇਲ ਹੋ ਜਾਂਦਾ ਹੈ, ਤਾਂ ਹੀ ਉਹਦਾ ਜਨਮ ਮਰਨ ਵੀ ਖਤਮ ਹੋ ਸਕਦਾ ਹੈ। ਮੱਜਣ ਦਾਨ ਚੰਗਿਆਈਆਂ ਭਾਈ, ਦਰਗਹਿ ਨਾਮ ਵਿਸ਼ੇਖ। ਮੱਜਣ ਦਾ ਅਰਥ ਹੈ ਇਸ਼ਨਾਨ। ਐ ਭਾਈ ਤੇਰਾ ਇਸ਼ਨਾਨ, ਤੇਰਾ ਦਾਨ, ਤੇਰੀਆਂ ਚੰਗਿਆਈਆਂ, ਜੋ ਕੁਝ ਤੂੰ ਚੰਗਾ ਕਰੇਗਾ ਉਹ ਦਰਗਹਿ ਵਿੱਚ ਪ੍ਰਵਾਨ ਕਿਵੇਂ ਹੋਵੇਗਾ। ਨਾਮ ਵਿਸ਼ੇਖ ਦਰਗਾਹ ਵਿੱਚ, ਤੇ ਉਹੀ ਚੀਜ਼ ਪ੍ਰਵਾਨ ਹੋਣੀ ਹੈ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ, ਭਾਵ ਕਿ ਸੱਚ ਅਨੁਸਾਰ ਜ਼ਿੰਦਗੀ ਜੀਈ ਹੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ। ਗੁਰ ਅੰਕ ਸਜਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੁੱਕਾ ਭੇਸ। ਗੁਰੂ ਨੇ ਸਾਨੂੰ ਗਿਆਨ ਦਾ ਅੰਕਸ਼, ਜਿਵੇਂ ਹਾਥੀ ਦੇ ਸਿਰ ਵਿੱਚ ਕੁੰਡਾ ਮਾਰ ਕੇ ਉਹਨੂੰ ਆਪਣੇ ਮੁਤਾਬਕ ਮੁਹਾਵਤ ਤੋਰਦਾ ਹੈ, ਭਾਈ ਅਸੀਂ ਵੀ ਗੁਰੂ ਦੇ ਗਿਆਨ ਦਾ ਕੁੰਡਾ ਲਈਏ। ਗੁਰੂ ਦੇ ਗਿਆਨ ਦੇ ਕੁੰਡੇ ਦੇ ਨਾਲ ਜਿਨ੍ਹਾਂ ਨੇ ਆਪਣੇ ਮਨ ਵਿੱਚ ਪ੍ਰਭੂ ਦੇ ਇਸ ਨਾਮ ਨੂੰ ਦ੍ਰਿੜ ਕਰ ਲਿਆ, ਸਾਹਿਬ ਜੀ ਕਹਿੰਦੇ ਨੇ ਮਨ ਵਸਿਆ ਚੂਕਾ ਭੇਖ। ਉਹਨਾਂ ਦਾ ਫਿਰ ਭੇਖ ਖਤਮ ਹੋ ਗਿਆ, ਉਹਨਾਂ ਦੇ ਕਰਮ ਕਾਂਡ ਖਤਮ ਹੋ ਗਏ। ਇਹ ਤਨ ਹਾਟ ਸ਼ਰਾਬ ਕੋ ਭਾਈ, ਵੱਖਰ ਨਾਮ ਅਪਾਰ। ਇਹ ਜਿਹੜਾ ਤਨ ਹੈ ਇੱਕ ਹੱਟੀ ਦੀ ਤਰ੍ਹਾਂ ਹੈ। ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਮਨੁੱਖ ਨੇ ਇਸ ਹੱਟੀ ਦੇ ਵਿੱਚ ਵਪਾਰ ਕਰਨਾ ਕਿਹੜਾ, ਨਾਮ ਦਾ ਵਪਾਰ। ਇਸ ਸਰੀਰ ਰੂਪੀ ਘਰ ਵਿੱਚ ਨਾਮ ਦਾ ਵਪਾਰ ਵਣਜ ਕਰਨਾ ਇਸ ਜੀਵ ਨੇ। ਤੋ ਸਾਹਿਬ ਕਹਿੰਦੇ ਨੇ ਅਖੀਰਲੀਆਂ ਪੰਕਤੀਆਂ ਵਿੱਚ, ਇਹ ਵੱਖਰ ਵਪਾਰੀ ਸੋ ਦ੍ਰਿੜ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਇਹ ਜਿਹੜਾ ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲਾ ਜੀਵ ਹੈ, ਉਹ ਵਪਾਰੀ ਬਣ ਕੇ ਫਿਰ ਆਪਣੇ ਗੁਰੂ ਦੇ ਕੋਲੋਂ ਰੱਬੀ ਗੁਣਾਂ ਨੂੰ ਹਾਸਲ ਕਰ ਲੈਂਦਾ ਹੈ। ਧੰਨ ਵਪਾਰੀ ਨਾਨਕ ਭਾਈ, ਮੇਲ ਕਰੇ ਵਪਾਰ। ਉਹ ਵਪਾਰੀ, ਉਹ ਜੀਵ ਧਨਤਾ ਦੇ ਯੋਗ ਬਣ ਗਿਆ, ਜਿਹੜੇ ਜੀਵ ਨੇ ਇਸ ਆਪਣੇ ਤਨ ਰਾਹੀਂ ਆਪਣੇ ਮਨ ਵਿੱਚ
ਪ੍ਰਭੂ ਪਰਮਾਤਮਾ ਦੇ ਨਾਮ ਦਾ ਵਣਜ ਕਰ ਲਿਆ ਤੇ ਪ੍ਰਭੂ ਪਰਮਾਤਮਾ ਨਾਲ ਉਹਦਾ ਸੁਮੇਲ ਬਣ ਗਿਆ, ਉਹਦਾ ਮਿਲਾਪ ਹੋ ਗਿਆ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਭਾਈ ਕਰਮਕਾਂਡੀ ਜਿਹੜਾ ਜੀਵਨ ਹੈ ਉਹਦੇ ਵਿੱਚੋਂ ਕੁਝ ਨਹੀਂ ਮਿਲਣਾ, ਤੇ ਇਹ ਕਰਮਕਾਂਡ ਵਿੱਚ ਫਸਾਉਣ ਵਾਲੇ ਜਿਹੜੇ ਨੇ ਉਹ ਖੁਦ ਆਪ ਵੀ ਫਸ ਜਾਂਦੇ ਨੇ। ਉਹਨਾਂ ਦੇ ਮਗਰ ਲੱਗੇ ਹੋਏ ਜਿਹੜੇ ਜੀਵ ਨੇ ਉਹ ਫਸੇ ਹੋਏ ਵੀ ਆਪਣੀ ਜ਼ਿੰਦਗੀ ਬਰਬਾਦ ਕਰਕੇ ਸੰਸਾਰ ਤੋਂ ਤੁਰ ਜਾਂਦੇ ਨੇ। ਸੋ ਲੋੜ ਹੈ ਜੀਵ ਜਿਹਨੂੰ ਧਰਮ ਦੀ ਜਿੰਨੀ ਕੁ ਸਮਝ ਹੈ ਉਹ ਆਪ ਇਹਨਾਂ ਕਰਮਕਾਂਡਾਂ, ਵਹਿਮਾਂ ਭਰਮਾਂ, ਪਖੰਡਾਂ ਤੋਂ ਮੁਕਤ ਹੋਵੇ, ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਦੀ ਗੱਲ ਫਿਰ ਦੂਜਿਆਂ ਨੂੰ ਦੱਸ ਕੇ ਉਹਨਾਂ ਨੂੰ ਵੀ ਦੱਸੇ ਕਿ ਭਾਈ ਕਰਮਕਾਂਡ, ਵਹਿਮ ਭਰਮ, ਪਖੰਡ ਇਹਨਾਂ ਨੂੰ ਤਿਆਗ ਕੇ ਗੁਰੂ ਜੀ ਦੇ ਚਰਨਾਂ ਨਾਲ ਜੁੜੋ, ਜਿਹਦੇ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।